ਆਮ ਵਾਹਿਗੁਰੂ ਸਾਹਿਬ ਜੀਓ। ਸਤਨਾਮ ਵਾਹਿਗੁਰੂ ਸਾਹਿਬ ਜੀਓ। हम मैले तुम ऊजल करते, हम निर्गुण तू दाता। हम मूर्ख तुम चतुर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन। नीको ठाकुर देसा, माधो हम ऐसे तू ऐसा, हम पापी तुम पाप खंडन। नीको ठाकुर देसा, सो कहो टल गुर सेवियै, अहनिस सहज सुभाए। दर्शन परसै गुरु कै, जन्म मरण दुख जाए। सतनाम वाहिगुरु साहिब जीओ। कानड़ा महला पंजवा। अवलोको राम को मुखार बिंद, खोजत खोजत रतन पायो। बिसरी सब चिंद, अवलोको राम को मुखार बिंद। खोजत खोजत रतन पायो, बिसरी सब चिंद। रहाओ चरण कमल हृदय धार, उतरिया दुख मंद। राज धन परवार मेरै, सर्बसे गोबिंद। साध संगम लाभ पायो, नानक फिर ना मरंद। राज धन परवार मेरै, सर्बसो गोबिंद। साध संगम लाभ पायो, नानक फिर न मरंद। वाहिगुरु जी का खालसा, वाहिगुरु जी की फतेह। परम सन्मानयोग सतगुरु धन धन श्री गुरु ग्रंथ साहिब
ਕਿਰਪਾਲੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਧੰਨਤਾ ਯੋਗ ਹੋ, ਵੱਡੇ ਭਾਗਾਂ ਵਾਲੇ ਹੋ, ਜੋ ਸਤਿਗੁਰਾਂ ਦੀ ਕਿਰਪਾ ਮਿਹਰਾਮਤ ਸਦਕਾ ਸ਼ਾਮਾਂ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਪਿਆਰ ਸਹਿਤ ਗੁਰੂ ਸਵਾਰਿਆਂ ਪਾਸੋਂ ਸੋਦਰ ਰਹਿਰਾਸ ਸਾਹਿਬ ਬਾਣੀ ਦੇ ਪਾਠ ਅਤੇ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ। ਆਓ ਗੁਰੂ ਸਵਾਰਿਓ, ਇਸ ਤੋਂ ਉਪਰੰਤ ਜੋ ਨਿਧਾਂ ਪ੍ਰਤੀ ਪਾਵਨ ਅਸਥਾਨਾਂ ਤੇ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਗੁਰੂ ਸ਼ਬਦ ਵਿਚਾਰ ਕਥਾ ਨਾਲ ਆਪਾਂ ਜੁੜਦੇ ਹਾਂ, ਉਸੇ ਹੀ ਲੜੀ ਅਧੀਨ ਅੱਜ ਇਸ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ, ਜਿਸ ਤੇ ਪਾਠ ਨੂੰ ਆਪ ਜੀ ਨੇ ਸਰਵਨ ਕੀਤਾ ਹੈ। ਕਾਨੜਾ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜਦੋਂ ਸਤਿਗੁਰਾਂ ਦੀ ਕਿਰਪਾ ਮਿਹਰਾਮਤ ਦਾ ਸਦਕਾ ਜਗਿਆਸੂ ਦਰਸ਼ਨ ਅਬਲਾਖੀ ਭਗਤ ਨੂੰ ਆਪਣੀ ਸ਼ਰਧਾ, ਆਪਣੀ ਮਾਨਤਾ ਮੁਤਾਬਕ ਉਸ ਪਰਮੇਸ਼ਵਰ ਦੇ ਦੀਦਾਰ ਹੁੰਦੇ ਹਨ, ਪ੍ਰਭੂ ਦੇ ਦਰਸ਼ਨ ਹੁੰਦੇ ਹਨ, ਤਾਂ ਉਸ ਮਾਲਕ ਦੇ ਕਮਲ ਵਰਗੇ ਮੁਖੜੇ ਨੂੰ ਦੇਖ ਕਰਕੇ ਉਹਦਾ ਮਨ ਜਿਹੜਾ ਉਹ ਖਿੜ ਜਾਂਦਾ ਹੈ। ਉਹਦੇ ਸਾਰੇ ਦੁੱਖ, ਦਰਿਦਰ, ਚਿੰਤਾਵਾਂ, ਗਰੀਬੀ, ਆਲਸ, ਦਾਰਿਦਰੀ ਪਰਮੇਸ਼ਵਰ ਪਿਆਰੇ ਦੇ ਦੀਦਾਰ ਦੀ ਬਦੌਲਤ ਮਿਟ ਜਾਂਦੇ ਨੇ, ਮੁੱਕ ਜਾਂਦੇ ਨੇ। ਸਾਰਾ ਕੁਝ ਉਸ ਮਾਲਕ ਦੇ ਦੀਦਾਰ ਵਿੱਚ ਆ ਜਾਂਦਾ ਹੈ। ਨਿਤਾਂ ਪ੍ਰਤੀ ਉਹ ਹਿਰਦੇ ਵਿੱਚ ਪਰਮੇਸ਼ਵਰ ਦਾ ਧਿਆਨ ਧਰਦਾ ਹੈ। ਇਹ ਸਾਰਾ ਲਾਭ ਉਸ ਨੂੰ ਤਾਂ ਹੀ ਪ੍ਰਾਪਤ ਹੋਇਆ ਹੈ ਜੇ ਜਗਿਆਸੂ ਨੇ ਸਤ ਸੰਗਤ ਵਿੱਚ ਬੈਠ ਕਰਕੇ ਉਸ ਗੋਬਿੰਦ, ਉਸ ਪਰਮੇਸ਼ਵਰ ਦੇ ਗੁਣਾਂ ਦੀ ਕੀਰਤੀ ਕੀਤੀ, ਜਿਸ ਨੂੰ ਸਤ ਸੰਗਤ ਵਿੱਚ ਬੈਠ ਉਸਨੇ ਗਾਇਆ, ਸਿਮਰਿਆ, ਅਰਾਧਿਆ ਹੈ। ਐਸੇ ਗੁਣਾਂ ਦੇ ਖਜ਼ਾਨੇ, ਗੁਣਾਂ ਦੇ ਮਾਲਕ ਪਰਮੇਸ਼ਵਰ ਦੇ ਫਿਰ ਉਹ ਦੀਦਾਰ ਪ੍ਰਾਪਤ ਕਰ ਲੈਂਦਾ। ਸੋ ਸਤਿਗੁਰੂ ਦਤਾਰ ਜੀ ਪੂਰਨ ਤੌਰ ਤੇ ਇਸ ਪਾਵਨ ਸ਼ਬਦ ਅੰਦਰ ਕੀ ਰਹਿਮਤ ਕਰਦੇ ਹਨ। ਗੁਰੂ ਕਿਰਪਾ ਸਦਕਾ ਆਪਾਂ ਵਾਚਨ ਦਾ ਯਤਨ ਕਰਾਂਗੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ। ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਾਨੜਾ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਮੁਬਾਰਕ ਰਸਨਾ ਤੋਂ ਉਚਾਰਨ ਇਹ ਸ਼ਬਦ ਕਾਨੜਾ ਰਾਗ ਅੰਦਰ ਦਰਜ ਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ। ਅਵਲੋਕੋ ਰਾਮ ਕੋ ਮੁਖਾਰ ਬਿੰਦ। ਅਵਲੋਕੋ ਦਾ ਅਰਥ ਹੈ ਮੈਂ ਵੇਖਦਾ, ਮੈਨੂੰ ਦਿਸ ਰਿਹਾ ਹੈ, ਮੈਨੂੰ ਨਜ਼ਰੀ ਆ ਰਿਹਾ ਹੈ ਕਿ ਰਾਮ ਕੋ ਮੁਖਾਰ ਬਿੰਦ। ਮੁਖਾਰ ਦਾ ਅਰਥ ਹੋ ਗਿਆ ਮੁਖੜਾ। ਅਰਬਿੰਦ ਤੋਂ ਭਾਵ ਹੁੰਦਾ, ਜਦੋਂ ਇਹਦੀ ਸੰਧੀ ਕਰਾਂਗੇ ਸ਼ਬਦ ਦੀ, ਮੁਖ ਜਮਾ ਅਰਬਿੰਦ। ਅਰਬਿੰਦ ਦਾ ਭਾਵ ਹੁੰਦਾ ਕਮਲ ਦਾ ਫੁੱਲ, ਜਿਹਦੇ ਅੰਦਰ ਸੁਗੰਧੀ ਹੈ, ਜਿਹਦੇ ਅੰਦਰ ਕੋਮਲਤਾ ਹੈ, ਜਿਸ ਅੰਦਰ ਤਾਜ਼ਗੀ ਹੈ, ਜਿਸ ਅੰਦਰ ਸੁਹੱਪਣ ਹੈ। ਐਸਾ ਸਤਿਗੁਰੂ ਪਰਮੇਸ਼ਵਰ ਦਾ ਸਰੂਪ ਹੈ, ਮੁਖੜਾ ਹੈ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਮੈਂ ਆਪਣੇ ਪਰਮੇਸ਼ਵਰ ਦਾ, ਆਪਣੇ ਵਾਹਿਗੁਰੂ ਦਾ ਕਮਲ ਸਮਾਨ ਮੁਖੜਾ ਤੱਕਦਾ। ਮੈਨੂੰ ਹਰ ਥਾਂ ਤੇ ਉਹ ਪਰਿਪੂਰਨ ਪਰਮਾਤਮਾ ਨਜ਼ਰੇ ਆਉਂਦਾ। ਜਦੋਂ ਜਗਿਆਸੂ ਆਪਣੇ ਇਸ਼ਟ ਦੀ ਆਰਾਧਨਾ ਕਰਦਾ ਹੈ ਨਾ, ਆਪਣੇ ਇਸ਼ਟ ਨੂੰ ਆਰਾਧਦਾ ਹੈ, ਤਾਂ ਉਸ ਇਸ਼ਟ ਦਾ ਦੀਦਾਰ ਇੱਕ ਤਾਂ ਉਹਨੂੰ ਪ੍ਰਤੱਖ ਹੁੰਦਾ, ਦੂਸਰਾ ਹੈ ਪ੍ਰਤੱਖ ਤੋਂ ਪਹਿਲਾਂ ਜਿਹੜਾ ਹੈ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਕਈ ਤਰ੍ਹਾਂ ਦਾ ਦਰਸ਼ਨ ਲਿਖਿਆ। ਸਭ ਤੋਂ ਪਹਿਲਾਂ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਕਰਦੇ ਨੇ ਕਿ ਜਦੋਂ ਕੋਈ ਪ੍ਰਭੂ ਦਾ ਪਿਆਰਾ, ਕੇਵਲ ਪ੍ਰਭੂ ਦਾ ਹੀ ਨਹੀਂ, ਆਪਾਂ ਦੁਨਿਆਵੀ ਤੌਰ ਤੇ ਵੀ ਲਈਏ, ਜਦੋਂ ਵੀ ਕੋਈ ਇਨਸਾਨ, ਮਨੁੱਖ, ਜੀਵ ਆਪਣੇ ਮਨ ਤੋਂ ਕਿਸੇ ਨੂੰ ਚਾਹੁੰਦਾ ਹੈ, ਕਿਸੇ ਦੀ ਆਰਾਧਨਾ ਕਰਦਾ ਹੈ, ਕਿਸੇ ਨੂੰ ਪੁਕਾਰਦਾ ਹੈ, ਨਿਤਾਂ ਪ੍ਰਤੀ ਕਿਸੇ ਪ੍ਰਤੀ ਚਿਤਵਦਾ ਹੈ,
ਤੇ ਉਸ ਦੇ ਲਈ ਉਸ ਨੂੰ ਕਈ ਤਰ੍ਹਾਂ ਦੀਆਂ ਸੋਆਂ ਸੁਣਦੀਆਂ ਨੇ, ਕੰਨਾਂ ਵਿੱਚ ਖਬਰਾਂ ਪੈਂਦੀਆਂ ਨੇ। ਉਹਨੂੰ ਇਉਂ ਲੱਗਦਾ ਵੀ ਇੱਧਰੋਂ ਵੀ ਇਹਦੀ ਆਵਾਜ਼ ਆ ਰਹੀ ਹੈ, ਇੱਧਰੋਂ ਵੀ ਇਹਦੀ ਆਵਾਜ਼ ਆ ਰਹੀ। ਜਦੋਂ ਇਹ ਅਭਿਆਸ ਪੱਕ ਜਾਏ, ਦੂਸਰਾ ਉਹਦੇ ਸੁਪਨ ਦਰਸ਼ਨ ਹੁੰਦੇ ਨੇ, ਸੁਪਨੇ ਵਿੱਚ ਉਹਦੇ ਦੀਦਾਰ ਹੁੰਦੇ ਨੇ, ਤੇ ਫਿਰ ਉਹਦੇ ਪ੍ਰਤੱਖ ਦਰਸ਼ਨ ਹੁੰਦੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਇਹਨਾਂ ਸਾਰੇ ਦਰਸ਼ਨਾਂ ਦਾ ਜ਼ਿਕਰ ਕੀਤਾ ਹੈ ਕਿ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਸੁਪਨਿਆਂ ਵਿੱਚ ਵੀ ਦੀਦਾਰ ਦਿੰਦਾ ਹੈ। ਭਗਤ ਜੀ ਨੇ ਤੇ ਇੱਥੋਂ ਤੱਕ ਬਾਵਨ ਬਾਣੀ ਵਿੱਚ ਕਿਰਪਾ ਕੀਤੀ ਹੈ ਕਿ ਸੁਪਨੈ ਹੂੰ ਬਰੜਾਏ ਕੈ ਜਹ ਮੁਖ ਨਿਕਸਿਓ ਰਾਮ ਤਾਂ ਕਿ ਪਗ ਕੀ ਪਨਹੀ ਮੇਰੇ ਤਨ ਕੋ ਚਾਮ। ਵੀ ਸੁਪਨੇ ਵਿੱਚ ਵੀ ਉਹੀ ਬਰੜਾਇਆ ਜਾਏਗਾ ਨਾ ਜੋ ਹਕੀਕਤ ਵਿੱਚ ਮਨੁੱਖ ਕਰਦਾ ਹੈ। ਉਹੀ ਸੁਪਨਾ ਆਏਗਾ ਜੋ ਜੀਵਨ ਦੀ ਹਕੀਕਤ ਹੈ। ਮਨ ਉਹ ਚੀਜ਼ਾਂ ਨੂੰ ਹੀ ਰਾਤ ਨੂੰ ਚਿਤਵਦਾ ਹੈ ਜੋ ਦਿਨੇ ਉਹਨਾਂ ਚੀਜ਼ਾਂ ਬਾਬਤ ਦੇਖਦਾ, ਸੁਣਦਾ, ਵਿਚਾਰਦਾ। ਇੱਕ ਸੁਪਨ ਦਰਸ਼ਨ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸੁਪਨ ਦਰਸ਼ਨ ਉੱਤੇ ਬਹੁਤ ਸੁੰਦਰ ਰੁਬਾਈ ਲਿਖੀ। ਉਹਨਾਂ ਦੀ ਬੜੀ ਪਿਆਰੀ ਤੇ ਮਕਬੂਲ ਰੁਬਾਈ ਹੈ ਕਿ ਸੁਪਨੇ ਵਿੱਚ ਤੁਸੀਂ ਮਿਲੇ ਅਸਾਂ ਨੂੰ, ਅਸਾਂ ਧਾਗ ਲਵਕੜੀ ਪਾਈ, ਨਿਰਾ ਨੂਰ ਤੁਸਾਂ ਨਜ਼ਰ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਕਹਿੰਦੇ ਉਹ ਪਰਮਾਤਮਾ ਵਾਹਿਗੁਰੂ ਸੁਪਨੇ ਵਿੱਚ ਵੀ ਦਰਸ਼ਨ ਦਿੰਦਾ ਹੈ, ਪਰ ਜਦੋਂ ਉਹਨੂੰ ਪਕੜਨ ਦਾ ਯਤਨ ਕਰੀਏ ਨਾ, ਕਿਉਂਕਿ ਉਹ ਤੇ ਪ੍ਰਕਾਸ਼ ਰੂਪ ਹੈ। ਹੁਣ ਪ੍ਰਕਾਸ਼ ਤੋਂ ਕੋਈ ਆਕ੍ਰਿਤੀ ਬਣਾ ਲਓ, ਪਰਮੇਸ਼ਵਰ ਪ੍ਰਕਾਸ਼ ਰੂਪ ਹੈ, ਪਰ ਪ੍ਰਭੂ ਆਪਣੇ ਭਗਤ ਨੂੰ ਉਹਦੀ ਮਾਨਤਾ ਮੁਤਾਬਕ ਦਰਸ਼ਨ ਦਿੰਦਾ ਹੈ। ਜਿਵੇਂ ਦੀ ਉਹਦੀ ਮਾਨਤਾ ਹੈ ਨਾ, ਜਿਵੇਂ ਦੀ ਉਹ ਦੇਖਣਾ ਚਾਹੁੰਦਾ ਹੈ। ਕੋਈ ਉਸ ਨੂੰ ਕਿਸੇ ਰੂਪ ਵਿੱਚ ਦੇਖਦੇ ਨੇ, ਕੋਈ ਕਿਸੇ ਰੂਪ ਵਿੱਚ ਦੇਖਦੇ ਨੇ। ਅਸੀਂ ਇਤਿਹਾਸ ਪੜ੍ਹਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪੰਡਿਤ ਸ਼ਿਵਦੱਤ ਵਰਗਿਆਂ ਨੂੰ ਰਾਮ ਦੇ ਰੂਪ ਵਿੱਚ ਦਰਸ਼ਨ ਦਿੱਤੇ। ਉਹਨੂੰ ਇਉਂ ਪ੍ਰਤੀਤ ਹੋਇਆ ਕਿ ਜਿਵੇਂ ਇਹ, ਕਿਉਂਕਿ ਆਪਣਾ ਇਸ਼ਟ ਹੈ, ਉਹਦੀ ਮਾਨਤਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਤੇ ਉਹਦਾ ਪ੍ਰੇਮ ਹੀ ਤਾਂ ਬਣਿਆ ਜਦੋਂ ਪਹਿਲਾਂ ਉਹਦੀ ਇਹ ਮਾਨਤਾ ਪੂਰੀ ਹੋਈ ਕਿ ਸਤਿਗੁਰੂ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਉਹਦੇ ਇਸ਼ਟ ਦੇ ਰੂਪ ਵਿੱਚ ਨਜ਼ਰੀ ਆਏ। ਸੋ ਕਹਿਣ ਤੋਂ ਭਾਵ ਇਹ ਹੈ ਕਿ ਪਰਮੇਸ਼ਵਰ ਪ੍ਰਕਾਸ਼ ਰੂਪ ਹੈ, ਨਿਰਾਕਾਰ ਹੈ, ਪਰ ਜਦੋਂ ਵੀ ਕੋਈ ਜਿਗਿਆਸੂ ਉਸ ਨੂੰ ਅਰਾਧਦਾ ਧਿਆਉਂਦਾ ਹੈ, ਉਹ ਜਿਸ ਮਾਨਤਾ ਨਾਲ ਧਿਆਉਂਦਾ ਹੈ, ਵਾਹਿਗੁਰੂ ਦੇ ਦੀਦਾਰ, ਵਾਹਿਗੁਰੂ ਦੇ ਦਰਸ਼ਨ ਉਸ ਨੂੰ ਉਸੇ ਮਾਨਤਾ ਮੁਤਾਬਕ ਹੁੰਦੇ ਨੇ। ਹੋਵੇ ਸੱਚਾ ਅਭਿਆਸੀ, ਹੋਵੇ ਸੱਚਾ ਜਗਿਆਸੂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਤੱਖ ਕਹਿੰਦੇ ਨੇ, ਅਵਲੋਕਿਓ। ਅਵਲੋਕਿਓ ਦਾ ਅਰਥ ਕੀ ਹੁੰਦਾ ਹੈ? ਵੇਖਣਾ, ਦੀਦਾਰ ਕਰਨੇ ਅੱਖਾਂ ਦੇ ਨਾਲ। ਕਹਿੰਦੇ ਮੈਂ ਆਪਣੇ ਪਰਮਾਤਮਾ ਪਰਮੇਸ਼ਵਰ ਨੂੰ ਦੇਖਿਆ। ਪਰ ਬਾਣੀ ਵਿੱਚ ਨਾਲ ਸਤਿਗੁਰਾਂ ਵੀ ਬਚਨ ਕੀਤੇ, ਕੋਈ ਭੁਲੇਖਾ ਨਾ ਰਹੇ। ਪ੍ਰਤੱਖ ਦੀ ਵੀ ਗੱਲ ਕੀਤੀ, ਪਰ ਗੁਰੂ ਸਾਹਿਬ ਕਹਿੰਦੇ ਇਹ ਉਹ ਦੇਖਣ ਦੇ ਲਈ ਪਹਿਲਾਂ ਨਜ਼ਰਾਂ ਬਦਲਣੀਆਂ ਪੈਂਦੀਆਂ, ਅੱਖਾਂ ਬਦਲਣੀਆਂ ਪੈਂਦੀਆਂ। ਨਾਨਕ ਸੋ ਅਖੜੀਆਂ ਬਿਆਨ ਜਿਨ੍ਹਾਂ ਦਿਸੰਦੋ ਮਾਂ ਪਿਰੀ। ਮਾਂ ਪਿਰੀ ਦਾ ਅਰਥ ਹੈ, ਮਾਂ ਦਾ ਅਰਥ ਹੈ ਮੇਰਾ, ਪਿਰੀ ਦਾ ਅਰਥ ਹੈ ਪਿਆਰਾ, ਦਿਸੰਦੋ ਦਾ ਭਾਵ ਹੈ ਦਿਖਦਾ ਹੈ। ਗੁਰੂ ਸਾਹਿਬ ਕਹਿੰਦੇ ਵੀ ਉਹ ਅੱਖਾਂ ਹੀ ਹੋਰ ਨੇ ਜਿਨ੍ਹਾਂ ਅੱਖਾਂ ਨਾਲ ਪਿਆਰਾ ਦਿਸਦਾ ਹੈ। ਅੱਖਾਂ ਉਹ ਨਹੀਂ ਰਹਿ ਜਾਂਦੀਆਂ। ਉਹਨਾਂ ਅੱਖਾਂ ਵਿੱਚ ਸ਼ਰਾਰਤ ਨਹੀਂ ਹੁੰਦੀ, ਉਹਨਾਂ ਅੱਖਾਂ ਵਿੱਚ ਸਵਾਰਥ ਨਹੀਂ ਹੁੰਦਾ, ਉਹਨਾਂ ਅੱਖਾਂ ਵਿੱਚ ਦੁਨਿਆਵੀ ਲਾਲਸਾ ਨਹੀਂ ਹੁੰਦੀ, ਉਹਨਾਂ ਅੱਖਾਂ ਵਿੱਚ ਕੋਈ ਕ੍ਰੋਧ ਨਹੀਂ ਹੁੰਦਾ, ਵਿਕਾਰ ਨਹੀਂ ਹੁੰਦਾ। ਉਹ ਅੱਖਾਂ ਪ੍ਰਭੂ ਦੇ ਪਿਆਰ ਵਿੱਚ, ਵੈਰਾਗ ਵਿੱਚ, ਬੈਰਾਗ ਵਿੱਚ ਵਹਿ ਵਹਿ ਕੇ ਇੰਨੀਆਂ ਨਿਰਮਲ ਹੋ ਜਾਂਦੀਆਂ ਨੇ ਕਿ ਉਹਨਾਂ ਨੂੰ ਕੇਵਲ ਤਾਂ ਕੇਵਲ ਇੱਕ ਆਪਣੇ ਪਰਮਾਤਮਾ, ਆਪਣੇ ਪਿਆਰੇ ਦੇ ਦਰਸ਼ਨਾਂ ਤੋਂ ਬਿਨਾਂ ਕਿਸੇ ਹੋਰ ਚੀਜ਼ ਦੀ ਤਾਂਘ ਹੀ ਨਹੀਂ ਰਹਿੰਦੀ। ਜੇ ਕੋਈ ਆਖੇ ਵੀ ਨਹੀਂ ਹੋਰ ਤਾਂਘ, ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਵੱਧ ਦਰਸ਼ਨਾਂ ਦੀ ਮਹਾਨਤਾ ਕੌਣ ਸਮਝ ਸਕਦਾ? ਜਦੋਂ ਆਪ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੋਂ ਦੂਰੀ ਪਈ, ਇਹ ਸਤਿਗੁਰੂ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਕੁਝ ਸਮਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੋਂ ਦੂਰ ਰਹੇ, ਕਿਉਂਕਿ ਸਤਿਗੁਰਾਂ ਨੇ ਹੁਕਮ ਲਾ ਕੇ ਉਹਨਾਂ ਨੂੰ ਲਾਹੌਰ ਭੇਜਿਆ ਸੀ। ਤੇ ਗੁਰਦੇਵ ਜੀ ਨੇ ਆਪ ਉਸ ਬਿਹਬਲਤਾ ਨੂੰ ਆਪਣੇ ਤਨ ਤੇ ਹੰਡਾਇਆ, ਉਸ ਬਿਰਹਾ ਨੂੰ ਆਪਣੇ ਤਨ ਤੇ ਹੰਡਾਇਆ। ਤੇ ਤਾਂ ਹੀ ਜਦੋਂ ਆਪ ਤਖਤਾਂ ਤੇ ਬਿਰਾਜਮਾਨ ਹੋਏ ਤੇ ਸਿੱਖਾਂ ਪੁੱਛਿਆ, ਸਤਿਗੁਰੂ ਜੀ ਬਿਰਹਾ ਕੀ ਹੈ? ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਬਿਰਹੀ ਦੇ ਅੰਦਰ ਸਦਾ ਇੱਕ ਹੀ ਲੋਚਾ ਚੱਲਦੀ ਰਹਿੰਦੀ। ਜਿਵੇਂ ਜ਼ੁਬਾਨ ਦਾ ਰਸੀਆ ਕੋਈ ਹੋਵੇ ਨਾ, ਜਿਹਨੂੰ ਰਸ ਲੈਣ ਦਾ, ਜ਼ੁਬਾਨ ਦਾ ਰਸ ਲੈਣ ਦੀ ਭੁੱਖ ਹੋਵੇ, ਉਹ ਸਾਰਾ ਦਿਨ ਹੀ ਸੋਚਦਾ ਰਹਿੰਦਾ ਵੀ ਮੈਂ ਕੀ ਖਾਵਾਂਗਾ, ਕੀ ਰਸ ਮਾਨਾਂਗਾ, ਕੀ ਕਰਾਂਗਾ। ਜਿਹੜਾ ਸੁਗੰਧੀਆਂ ਦਾ ਭੁੱਖਾ ਹੁੰਦਾ ਹੈ, ਉਹ ਸਾਰਾ ਦਿਨ ਹੀ ਸੋਚਦਾ ਰਹਿੰਦਾ ਵੀ ਮੈਨੂੰ ਕਿਹੜੀ ਸੁਗੰਧੀ ਮਿਲੇਗੀ। ਜਿਹੜਾ ਕਿਸੇ ਚੀਜ਼ ਦਾ ਵਪਾਰੀ, ਉਹਨੂੰ ਸਾਰਾ ਦਿਨ ਆਪਣੇ ਵਪਾਰ ਦੀ
ਲੇਖੇ ਵਾਲੇ ਨੂੰ ਸਾਰਾ ਦਿਨ ਆਪਣੇ ਲੇਖੇ ਦੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ ਕਿ ਲਿਖਾਰੀ ਸਾਰਾ ਦਿਨ ਲੇਖੇ ਦੀਆਂ ਗੱਲਾਂ ਸੋਚਦਾ ਹੈ, ਵਪਾਰੀ ਸਾਰਾ ਦਿਨ ਵਪਾਰ ਦੀਆਂ ਗੱਲਾਂ ਸੋਚਦਾ ਹੈ, ਕਿਰਸਾਨ ਸਾਰਾ ਦਿਨ ਆਪਣੀ ਖੇਤੀ ਦੀਆਂ ਗੱਲਾਂ ਸੋਚਦਾ ਹੈ, ਕੋਈ ਕਵੀ ਹੈ ਉਹ ਸਾਰਾ ਦਿਨ ਆਪਣੀਆਂ ਕਲਪਨਾ ਵਿੱਚ ਗੁਆਚਾ ਰਹਿੰਦਾ। ਇਸੇ ਤਰ੍ਹਾਂ ਜਿਹੜਾ ਪ੍ਰਭੂ ਦਾ ਪਿਆਰਾ ਹੈ ਨਾ, ਜਿਹਨੂੰ ਉਸਦਾ ਬਿਰਹੋ ਪਤਾ ਹੈ, ਉਹ ਸਾਰਾ ਦਿਨ ਇੱਕ ਲੋਚਾ ਵਿੱਚ ਰਹਿੰਦਾ ਹੈ। ਉਹਦੀ ਲੋਚਾ ਨੂੰ ਗੁਰੂ ਸਾਹਿਬ ਨੇ ਇਉਂ ਬਿਆਨ ਕੀਤਾ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੈ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ। ਜੇ ਕੋਈ ਉਹਨੂੰ ਕਹੇ ਨਾ ਤੇਰੀ ਤ੍ਰਿਸ਼ਨਾ ਅਸੀਂ ਮਾਰ ਦਿੰਨੇ ਆ, ਤੂੰ ਦੁਨੀਆ ਦੇ ਰੰਗ ਤਮਾਸ਼ੇ ਵੇਖ ਲੈ, ਬਹੁਤ ਖੂਬਸੂਰਤ ਦੁਨੀਆ ਹੈ, ਤੈਨੂੰ ਕੋਈ ਭੁੱਖ ਪਿਆਸ ਹੈ ਤੇ ਉਹ ਤ੍ਰਿਪਤੀ ਕਰ ਦਿੰਨੇ ਆ। ਪਰ ਗੁਰੂ ਸਾਹਿਬ ਕਹਿੰਦੇ ਉਹਦਾ ਮਨ ਇਸ ਤਰ੍ਹਾਂ ਬਿਹਬਲ ਹੋ ਜਾਂਦਾ ਬਿਰਹੋ ਦੀ ਵਰਗਾ ਤਰ੍ਹਾਂ ਕਿ ਉਹਨੂੰ ਕੋਈ ਚੀਜ਼ ਹੋਰ ਚੰਗੀ ਨਹੀਂ ਲੱਗਦੀ ਸਿਵਾਏ ਆਪਣੇ ਪਰਮਾਤਮਾ ਤੋਂ, ਆਪਣੇ ਪ੍ਰੀਤਮ ਤੋਂ ਬਿਨਾ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੈ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਗੁਰ ਦਰਬਾਰੇ ਜੀਓ। ਕਹਿੰਦੇ ਗੁਰੂ ਦੇ ਦੀਦਾਰ ਕੀਤੇ ਤੋਂ ਬਿਨਾ, ਪਰਮੇਸ਼ਵਰ ਦੇ ਦੀਦਾਰ ਕੀਤੇ ਤੋਂ ਬਿਨਾ ਉਹਨੂੰ ਕੋਈ ਹੋਰ ਚੀਜ਼ ਚੰਗੀ ਨਹੀਂ ਲੱਗਦੀ, ਕਿਸੇ ਗੱਲ ਨਾਲ ਸਮਝੌਤਾ ਹੀ ਨਹੀਂ ਕਰਦਾ। ਜੇ ਸਮਝੌਤਾ ਕਰ ਲਿਆ ਤੇ ਇਹਦਾ ਮਤਲਬ ਹੈ ਮਨ ਵਿੱਚ ਖੋਟ ਹੈ ਨਾ। 20 ਵਿਸਵੇ ਗੁਰ ਕਾ ਮਨ ਮਨ, 20 ਵਿਸਵੇ ਦਾ ਅਰਥ ਹੈ ਪੂਰਨ ਤੌਰ ਤੇ। ਇਹ ਨਹੀਂ ਵੀ ਚਲੋ ਜੇ ਅੱਜ ਦਰਸ਼ਨ ਨਹੀਂ ਹੋਏ, ਦੀਦਾਰ ਨਹੀਂ ਹੋ ਰਹੇ ਤੇ ਤੁਸੀਂ ਕੁਝ ਹੋਰ ਲੈ ਕੇ ਸਮਝੌਤਾ ਕਰ ਲਓ। ਮਨ ਨੂੰ ਅਜੇ ਖੋਟ ਹੈ, ਅਜੇ ਕੱਚ ਹੈ। ਨਹੀਂ ਤੇ ਜਿਹਦੇ ਅੰਦਰ ਤਾਂਗ ਹੈ ਉਹ ਤਾਂ ਕਹਿੰਦਾ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲਿਐ ਪ੍ਰੈ ਤੁਧ ਭਗਵੰਤਾ, ਮੋਹਿ ਰਹਿ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਵੀ ਨਾ ਨੀਂਦਰ ਪੈਂਦੀ ਹੈ, ਨਾ ਕੁਝ ਮਨ ਨੂੰ ਹੋਰ ਚੰਗਾ ਲੱਗਦਾ, ਬਸ ਇੱਕੋ ਤਾਂਗ ਕਿ ਕਦੋਂ ਉਸ ਪਰਮਾਤਮਾ ਦੇ ਦੀਦਾਰ ਹੋਣਗੇ। ਤੇ ਜਿਸ ਨੂੰ ਦੀਦਾਰ ਹੋ ਜਾਣ, ਜੋ ਇਸ ਬਿਰਹਾ ਦੀ ਭੱਠੀ ਦੇ ਵਿੱਚੋਂ ਇੱਕ ਵਾਰੀ ਬਲਣਾ ਪੈਂਦਾ, ਪੱਕਣਾ ਪੈਂਦਾ। ਪੱਕਣ ਦੇ ਲਈ ਬਿਰਹਾ ਸਭ ਤੋਂ ਉੱਤਮ ਚੀਜ਼ ਹੈ। ਜਿਸ ਨੂੰ ਪਰਮੇਸ਼ਵਰ ਦੇ ਪ੍ਰਤੀ ਵੈਰਾਗ ਨਹੀਂ ਨਾ ਲੱਗਾ, ਕਿਉਂਕਿ ਬਾਬਾ ਜੀ ਦੀ ਬਾਣੀ ਕਹਿੰਦੀ ਹੈ ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਨ ਮਸਾਨ। ਮਸਾਨ ਕਹਿੰਦੇ ਮੜੀਆਂ, ਸ਼ਮਸ਼ਾਨ ਭੂਮੀ। ਕਹਿੰਦੇ ਜਿਸ ਸਰੀਰ ਅੰਦਰ ਰੱਬ ਦੇ ਵਿਛੋੜੇ ਦਾ ਅਹਿਸਾਸ ਹੀ ਨਹੀਂ ਹੋਇਆ, ਜਿਸ ਮਨ ਨੂੰ ਇਹ ਨਹੀਂ ਅਜੇ ਤੱਕ ਪਤਾ ਲੱਗਾ ਵੀ ਅਸੀਂ ਰੱਬ ਨਾਲ ਵਿਛੜੇ ਹਾਂ, ਰੱਬ ਤੋਂ ਦੂਰ ਹਾਂ, ਰੱਬ ਨੂੰ ਭੁਲਾਈ ਬੈਠੇ ਹਾਂ, ਰੱਬ ਨੂੰ ਅਸੀਂ ਕਦੀ ਚੇਤਾ ਹੀ ਨਹੀਂ ਕੀਤਾ, ਉਸ ਨੂੰ ਕੀ ਪਤਾ ਹੋਵੇ ਵੀ ਪਰਮਾਤਮਾ ਦੇ ਵਿਛੋੜੇ ਦਾ ਕੀ ਦਰਦ ਹੈ। ਗੁਰੂ ਸਾਹਿਬ ਕਹਿੰਦੇ ਵੀ ਸਮਝੋ ਤੇ ਸ਼ਮਸ਼ਾਨ ਭੂਮੀ ਹੈ। ਸ਼ਮਸ਼ਾਨ ਭੂਮੀ ਕਿਉਂ ਲਿਖਿਆ? ਕਿਉਂਕਿ ਸ਼ਮਸ਼ਾਨ ਸਦਾ ਤਪਦੇ ਰਹਿੰਦੇ ਨੇ ਨਾ, ਉੱਥੇ ਲਾਸ਼ਾਂ ਸੜਦੀਆਂ ਰਹਿੰਦੀਆਂ, ਉਹ ਧਰਤੀ ਸੜਦੀ ਰਹਿੰਦੀ ਹੈ, ਕਲਰਾਠੀ ਹੋ ਜਾਂਦੀ, ਉੱਥੇ ਕੁਝ ਉੱਗਦਾ ਨਹੀਂ। ਕਹਿੰਦੇ ਇਸੇ ਤਰ੍ਹਾਂ ਰੱਬ ਦੀ ਯਾਦ ਤੋਂ ਬਿਨਾਂ ਜਿਹੜੇ ਹਿਰਦੇ ਨੇ ਉਹ ਵਿਕਾਰਾਂ ਵਿੱਚ ਸੜਦੇ ਰਹਿੰਦੇ ਨੇ, ਤੇ ਕਦੀ ਉਹਨਾਂ ਵਿੱਚ ਨੇਕੀ ਰੂਪੀ ਸ਼ੁਭ ਗੁਣ ਰੂਪੀ ਫਸਲ ਉੱਗਦੀ ਨਹੀਂ। ਜਦੋਂ ਬਿਰਹਾ ਪੈਦਾ ਹੋ ਜਾਂਦਾ ਤੇ ਉਹ ਬਿਰਹਾ ਜਿਹੜਾ ਹੈ, ਫਿਰ ਬਿਰਹਾ ਦੇ ਅਥਰੂ ਜਿਹੜੇ ਨੇ ਉਹ ਮਨ ਦੇ ਮੈਲ, ਮਨ ਦੀ ਪਾਪ ਨੂੰ ਧੋ ਦਿੰਦੇ ਨੇ, ਮਨ ਪਾਕ ਹੋ ਜਾਂਦਾ ਹੈ। ਤੇ ਜਦੋਂ ਮਨ ਪਾਕ ਹੋ ਜਾਂਦਾ ਹੈ, ਮਨ ਇੰਨਾ ਪਵਿੱਤਰ ਹੋ ਜਾਂਦਾ ਹੈ ਕਿ ਮਨ ਨੂੰ ਆਪਣੇ ਆਪ ਹੀ ਪ੍ਰਭੂ ਦਾ ਦੀਦਾਰ ਹੋ ਜਾਂਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਉਹਨੂੰ ਦਿਸਦਾ ਹੈ। ਮਨ ਆਰਸੀ ਹੈ, ਮਨ ਇੱਕ ਸ਼ੀਸ਼ਾ ਹੈ। ਜਦੋਂ ਹੀ ਮਨੁੱਖ ਦਾ ਮਨ ਸਾਫ਼ ਹੋਇਆ, ਉਦੋਂ ਹੀ ਇਹਦੇ ਵਿੱਚੋਂ ਉਹਨੂੰ ਸਰੂਪ ਦਿਸਣ ਲੱਗ ਜਾਂਦਾ। ਜਿਵੇਂ ਸ਼ੀਸ਼ੇ ਵਿੱਚ ਵੇਖਦੇ ਆ, ਜੇ ਸ਼ੀਸ਼ਾ ਗੰਦਾ ਹੋਵੇ ਤੇ ਕੁਝ ਨਹੀਂ ਦਿਸਦਾ। ਸ਼ੀਸ਼ੇ ਵਿੱਚ ਦੇਖਣ ਲਈ ਸ਼ੀਸ਼ੇ ਨੂੰ ਸਾਫ਼ ਕਰਨਾ ਪੈਂਦਾ। ਅਸੀਂ ਅੰਦਰ ਝਾਤ ਮਾਰਦੇ ਆ, ਕਦੀ ਕਿਤੇ ਆਪਣੇ ਕਿਤੇ ਸਮਾਂ ਲੱਗੇ, ਜੇ ਕੋਈ ਮਨੁੱਖ ਕਹੇ ਵੀ ਮੈਂ ਰੱਬ ਨਾਲ ਜੁੜਾਂ, ਕੋਈ ਨੇਤਰ ਬੰਦ ਕਰੇ, ਕੋਈ ਘੜੀ ਅੱਧੀ, ਤੇ ਉਹਨੂੰ ਅੰਦਰੋਂ ਹਨੇਰਾ ਹੀ ਹਨੇਰਾ ਦਿਸਦਾ, ਡਰ ਕੇ ਫਿਰ ਅੱਖਾਂ ਖੋਲ ਦਿੰਦਾ। ਉਹਦਾ ਕਾਰਨ ਕੀ ਹੈ? ਕਿ ਅੰਦਰ ਮਲ ਭਰੀ ਪਈ ਹੈ, ਤੇ ਜਦੋਂ ਕੁਝ ਦਿਸਦਾ ਨਹੀਂ, ਬੰਦਾ ਡਰ ਕੇ ਪਿਛਾਂ ਹੋ ਜਾਂਦਾ, ਪਰਾਂ ਹੋ ਜਾਂਦਾ, ਵੀ ਹੋਰ ਸਗੋਂ ਸਾਫ਼ ਕਰਨ ਦਾ ਯਤਨ ਨਹੀਂ ਕਰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਬਿਨ ਮਾਂਜੇ ਦਰਪਣ ਜੋਤਹੀਨ ਹੋਤ। ਕਹਿੰਦੇ ਜਿਵੇਂ ਦਰਪਣ ਨੂੰ ਮਾਂਜੀਏ ਨਾ, ਸ਼ੀਸ਼ੇ ਨੂੰ ਸਾਫ਼ ਨਾ ਕਰੀਏ, ਉਹ ਜੋਤਹੀਣਾ ਹੈ। ਉਹਦੇ ਵਿੱਚ ਤਾਕਤ ਤਾਂ ਹੈ ਤੁਹਾਨੂੰ ਤੁਹਾਡਾ ਚਿਹਰਾ ਵਿਖਾਣ ਦੀ, ਪਰ ਉਹਦੇ ਉੱਤੇ ਮਿੱਟੀ ਘੱਟਾ ਇੰਨਾ ਪਿਆ ਤੇ ਅਸੀਂ ਉਹਨੂੰ ਸਾਫ਼ ਨਹੀਂ ਕੀਤਾ ਤੇ ਆਖੀਏ ਵੀ ਸ਼ੀਸ਼ੇ ਅੰਦਰ ਤਾਕਤ ਨਹੀਂ ਵਿਖਾਉਂਦੀ। ਕਹਿੰਦੇ ਇਸੇ ਤਰ੍ਹਾਂ ਮਨ ਹੈ, ਮਨ ਵਿੱਚ ਤਾਕਤ ਹੈ ਤੁਹਾਨੂੰ ਤੁਹਾਡਾ ਸਰੂਪ ਵਿਖਾਣ ਦੀ, ਪਰਮੇਸ਼ਵਰ ਦਾ ਦੀਦਾਰ ਕਰਾਉਣ ਦੀ। ਪਰ ਮਨ ਜਿਹੜਾ ਹੈ, ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਵਾ ਸਿਆਹੋ। ਕਹਿੰਦੇ ਕਾਲਾ ਹੋਇਆ ਪਿਆ, ਉੱਤੇ
ਧੂੜ ਹੀ ਇੰਨੀ ਕੁ ਜੰਮੀ ਹੋਈ ਹੈ, ਤੇ ਇਹ ਫਿਰ ਸੇਵਾ ਸਿਮਰਨ ਸਤ ਸੰਗਤ ਰੂਪੀ ਪੋਚਾ ਮਾਰਨਾ ਪੈਂਦਾ ਹੈ। ਜਦੋਂ ਕੋਈ ਸੇਵਾ ਕਰਦਾ ਹੈ, ਅਰਾਧਨਾ ਕਰਦਾ ਹੈ, ਸਤ ਸੰਗਤ ਕਰਦਾ ਹੈ ਨਿਸਵਾਰਥ ਭਾਵ ਦੇ ਨਾਲ, ਫਿਰ ਆਹਿਸਤਾ ਆਹਿਸਤਾ ਇਹ ਮਨ ਮਾਂਜਿਆ ਜਾਂਦਾ ਹੈ। ਤੇ ਇਹਦੇ ਚ ਕੋਈ ਗਿਣਤੀ ਨਹੀਂ। ਕੋਈ ਆਖੇ ਜੀ ਮੈਂ 40 ਦਿਨ ਕਰਾਂਗਾ, ਕੋਈ ਆਖੇ ਮੈਂ 2 ਦਿਨ ਕਰਾਂਗਾ, 4 ਦਿਨ ਕਰਾਂਗਾ। ਗੁਰੂ ਸਾਹਿਬ ਕਹਿੰਦੇ ਉਹ ਤੇਰੀ ਮਰਜ਼ੀ ਹੈ, ਰੱਬ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਰੱਬ ਨੂੰ ਤੇ ਮਤਲਬ ਹੈ ਜਿੱਦਣ ਸਾਫ਼ ਹੋ ਗਿਆ, ਜਿੱਦਣ ਮਾਂਜਿਆ ਗਿਆ, ਉਦਣ ਤੈਨੂੰ ਦੀਦਾਰ। ਤੁਸੀਂ ਹੈਰਾਨ ਹੋਵੋਗੇ, ਬਾਣੀ ਦੀ ਵਿਚਾਰਤਾ ਇੰਨੀ ਕਮਾਲ ਦੀ ਹੈ। ਗੁਰੂ ਸਾਹਿਬ ਕਹਿੰਦੇ ਵੀ ਤੂੰ ਕਹੇ ਵੀ ਮੈਂ ਅੱਜ ਵੇਖਣਾ ਚਾਹਨਾ ਰੱਬ ਨੂੰ, ਤੇ ਗੁਰੂ ਸਾਹਿਬ ਕਹਿੰਦੇ ਅੱਜ ਮਿਲੇਗਾ। ਆਜ ਮਿਲਾਵਾ ਸ਼ੇਖ ਫਰੀਦ, ਕਹਿੰਦੇ ਅੱਜ ਮਿਲਾਵਾ ਹੋ ਸਕਦਾ ਹੈ, ਪਰ ਕੀ ਹੈ ਸਫਾਈ ਅੱਜ ਕਰ ਲੈ। ਟਾਕਮ ਕੁੰਜਣੀਆਂ ਮਨੋ ਮਚੰਦਣੀਆਂ, ਕਹਿੰਦੇ ਜਿਹੜੇ ਤੇਰੇ ਮਨ ਨੂੰ ਇਹ ਜਿਹੜੇ ਇੰਦਰੇ ਮਚਾ ਰਹੇ ਨੇ ਨਾ, ਤੇਰੇ ਮਨ ਨੂੰ ਮੈਲਾ ਕੀ ਕਰ ਰਿਹਾ, ਅੱਖਾਂ ਕੰਨ ਨੱਕ ਜ਼ੁਬਾਨ, ਕਹਿੰਦੇ ਜਿਹੜੇ ਇੰਦਰੇ ਤੇਰੇ ਮਨ ਨੂੰ ਮੈਲਾ ਕਰ ਰਹੇ ਨੇ, ਇਹਨਾਂ ਨੂੰ ਅੱਜ ਬੰਦ ਕਰ ਲੈ, ਅੱਜ ਇਹਨਾਂ ਨੂੰ ਮਾਰ ਲੈ, ਤੇ ਅੱਜ ਦੀਦਾਰ ਹੈ। ਆਜ ਮਿਲਾਵਾ ਸ਼ੇਖ ਫਰੀਦ, ਬਾਬਾ ਫਰੀਦ ਜੀ ਕਹਿੰਦੇ ਅੱਜ ਹੀ ਮਿਲਾਵਾ, ਹੁਣ ਹੀ ਮਿਲਾਪ ਹੋ ਜਾਏਗਾ। ਤੇ ਜੇ ਨਹੀਂ ਸਾਫ਼ ਹੁੰਦੇ, ਜਨਮਾਂ ਜਨਮਾਂਤਰਾਂ ਤੱਕ ਨਹੀਂ ਹੁੰਦੇ। ਗਿਣਤੀ ਸਾਡੇ ਲਈ ਹੈ, ਅਸੀਂ ਧਾਰ ਕੇ ਆਉਂਦੇ ਆ ਵੀ ਮੈਂ ਮਹੀਨਾ 2 ਮਹੀਨਾ ਸਾਲ 4 ਸਾਲ। ਰੱਬ ਦੇ ਘਰ ਅੰਦਰ ਕੋਈ ਗਿਣਤੀ ਨਹੀਂ। ਰੱਬ ਤੇ ਕਹਿੰਦਾ ਹੁਣੇ ਆ ਤੇ ਹੁਣੇ ਦੀਦਾਰ ਪ੍ਰਾਪਤ ਕਰ ਲੈ, ਤੇ ਜੇ ਨਹੀਂ ਤੇ ਭਾਵੇਂ ਜਨਮਾਂ ਜਨਮਾਂਤਰਾਂ ਤੱਕ ਕਿਸੇ ਤਰ੍ਹਾਂ ਚੱਲਦਾ ਰਹੇ। ਪਰ ਜਿਨ੍ਹਾਂ ਨੂੰ ਹੋ ਗਏ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਅਵਲੋਕੋਂ ਰਾਮ ਕੋ ਮੁਖਾਰ ਬਿੰਦ, ਮੈਂ ਕਮਲ ਵਰਗਾ ਆਪਣੇ ਪਿਆਰੇ ਦਾ ਮੁਖ ਵੇਖਿਆ ਹੈ, ਉਹਦੇ ਦੀਦਾਰ ਕੀਤੇ ਨੇ। ਖੋਜਤ ਖੋਜਤ ਰਤਨ ਪਾਇਓ ਬਿਸਰੀ ਸਭ ਚਿੰਤ, ਕਹਿੰਦੇ ਇੱਕ ਦਿਨ ਚ ਨਹੀਂ ਪ੍ਰਾਪਤ ਹੋਇਆ। ਉਹਨਾਂ ਵੀ ਉਹ ਬਚਨ ਕਹਿ ਦਿੱਤੇ, ਖੋਜਤ ਖੋਜਤ, ਖੋਜ ਖੋਜ ਕੇ। ਜਿਵੇਂ ਖੋਜਣ ਵਾਲੇ ਨੂੰ ਪੁੱਛੋ, ਇੱਕ ਹੀਰਾ ਪਾਣ ਵਾਲਾ ਖਨਵਾਰਾ ਉਹਨੂੰ ਕਹਿੰਦੇ ਨੇ, ਖਾਣ ਵਿੱਚ ਜਾਂਦਾ, ਜਿੱਥੇ ਹੀਰੇ ਦੀਆਂ ਖਾਨਾਂ ਹੁੰਦੀਆਂ ਨੇ ਨਾ, ਹੀਰਾ ਇੱਕ ਹੁੰਦਾ ਤੇ ਕੋਲਾ ਉੱਥੇ ਪਤਾ ਨਹੀਂ ਮਣਾ ਮੂੰਹ ਕੁਆਂਟਲਾਂ ਮੂੰਹ ਪਿਆ ਹੁੰਦਾ। ਤੇ ਜੇ ਖਨਵਾਰੇ ਦੇ ਅੰਦਰ ਧੀਰਜ ਨਾ ਹੋਵੇ, ਸਬਰ ਨਾ ਹੋਵੇ, ਤੇ ਉਹ ਕਦੀ ਹੀਰਾ ਪ੍ਰਾਪਤ ਨਹੀਂ ਕਰ ਸਕਦਾ। ਤੁਸੀਂ ਦੇਖੋ ਕਈ ਕਈ ਦਿਨ, ਕਈ ਕਈ ਮਹੀਨਾ ਉਹ ਖਾਨਾ ਖੋਦਦਾ ਹੈ, ਉਹਦੇ ਹੱਥ ਮੂੰਹ ਸਿਰ ਕਾਲਾ ਹੋ ਜਾਂਦਾ ਹੈ। ਕਈ ਕਈ ਦਿਨ ਉਹ ਖਾਨਾ ਵਿੱਚੋਂ ਖੋਦ ਖੋਦ ਕੇ ਕਿਤੇ ਜਾ ਕੇ ਉਹਨੂੰ ਹੀਰਾ ਪ੍ਰਾਪਤ ਹੁੰਦਾ ਹੈ, ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਮੈਂ ਜ਼ਿੰਦਗੀ ਦੇ ਭਾਵੇਂ ਕਈ ਸਾਲ ਲਾ ਦਿਆ, ਇੱਕ ਕੀਮਤੀ ਹੀਰਾ, ਦੁਰਲੱਭ ਹੀਰਾ ਮਿਲ ਗਿਆ ਤੇ ਮੇਰੀ ਸਾਰੀ ਜ਼ਿੰਦਗੀ ਦੀ ਖੇਚਲ ਜਿਹੜੀ ਹੈ ਉਹ ਪੂਰੀ ਹੋ ਜਾਏਗੀ। ਤੇ ਗੁਰਦੇਵ ਜੀ ਕਹਿੰਦੇ ਜਿੱਥੇ ਖਨਵਾਰਾ ਖਾਣ ਖੋਜਣ ਵਾਲਾ ਕਿੰਨਾ ਕਿੰਨਾ ਸਮਾਂ ਇੰਤਜ਼ਾਰ ਕਰਦਾ, ਸਬਰ ਕਰਦਾ, ਤੇ ਫਿਰ ਉਹਨੂੰ ਹੀਰਾ ਮਿਲਦਾ, ਉਹਦੀ ਕਿਸਮਤ, ਉਹਦੀ ਪਰਾਲੱਭ, ਤੇ ਉਹ ਜੋਰੀ ਬਣ ਜਾਂਦਾ ਹੈ, ਹੀਰੇ ਵਾਲਾ ਬਣ ਜਾਂਦਾ। ਇੱਕ ਗੋਤਾਖੋਰ ਸਮੁੰਦਰ ਵਿੱਚ ਗੋਤੇ ਖਾਂਦਾ ਹੈ, ਕਿੰਨਾ ਡੂੰਘਾ ਚਲਾ ਜਾਂਦਾ ਹੈ, ਮਰਨ ਕਿਨਾਰੇ ਤੱਕ ਚਲਾ ਜਾਂਦਾ, ਆਪਣੇ ਜੀਵਨ ਦਾ ਰਿਸਕ ਲੈਂਦਾ ਹੈ। ਖਨਵਾਰਾ ਵੀ ਰਿਸਕ ਲੈਂਦਾ, ਖਾਨਾ ਡਿੱਗ ਜਾਂਦੀਆਂ, ਅਸੀਂ ਦੇਖਦੇ ਹਾਂ ਕਈ ਮਜ਼ਦੂਰ ਮਰ ਜਾਂਦੇ ਨੇ। ਗੋਤਾਖੋਰ ਜਿਹੜੇ ਸਮੁੰਦਰ ਦੇ ਵਿੱਚੋਂ ਮੋਤੀ ਲੱਭਣ ਜਾਂਦੇ ਨੇ, ਮਾਣਕ ਲੱਭਣ ਜਾਂਦੇ ਨੇ, ਕਈ ਵਾਪਸ ਨਹੀਂ ਮੁੜਦੇ। ਪਰ ਜ਼ਿੰਦਗੀ ਦਾ ਰਿਸਕ ਲੈ ਕੇ ਉਹਨਾਂ ਨੂੰ ਮਰਜੀਵੜੇ ਕਿਹਾ ਜਾਂਦਾ ਹੈ। ਉਹ ਕੋਈ ਨਾ ਕੋਈ ਐਸਾ ਮੋਤੀ, ਐਸਾ ਹੀਰਾ ਆਪਣੇ ਹੱਥੀ ਲੈ ਆਉਂਦੇ ਨੇ, ਜਿਹਦੇ ਨਾਲ ਫਿਰ ਸਾਰੀ ਉਮਰ ਬੈਠ ਕੇ ਉਹ ਆਪਣੇ ਜੀਵਨ ਨੂੰ ਹੰਡਾਉਂਦੇ ਨੇ। ਤੇ ਗੁਰੂ ਸਾਹਿਬ ਕਹਿੰਦੇ ਵੀ ਹੀਰਾ ਲੱਭਣ ਦੀ ਤਰ੍ਹਾਂ ਹੈ, ਮੋਤੀ ਲੱਭਣ ਦੀ ਤਰ੍ਹਾਂ ਆਪਣੇ ਅੰਦਰ ਟੁੱਬੀ ਮਾਰਨੀ ਪੈਂਦੀ, ਆਪਣੇ ਅੰਦਰ ਖੋਜ ਕਰਨੀ ਪੈਂਦੀ ਹੈ। ਤੇ ਜਿਹਨੇ ਆਪਣੇ ਅੰਦਰ ਖੋਜ ਕਰ ਲਿਆ, ਮਰਨਾ ਪੈਂਦਾ, ਆਪਣੇ ਅੰਦਰੋਂ ਮਰ ਜਾਂਦਾ ਹੈ, ਸਮਝ ਲਓ ਉਹਨੂੰ ਜ਼ਿੰਦਗੀ ਪ੍ਰਾਪਤ ਹੋ ਜਾਂਦੀ ਹੈ। ਇਹਦੇ ਵਿੱਚ ਤਾਂ ਇਹ ਸ਼ਰਤ ਹੈ, ਪਹਿਲਾ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਗੁਰੂ ਸਾਹਿਬ ਕਹਿੰਦੇ ਫਿਰ ਤੈਨੂੰ ਦੀਦਾਰ ਹੋਏਗਾ, ਤੈਨੂੰ ਦਰਸ਼ਨ ਹੋਏਗਾ। ਖੋਜਤ ਖੋਜਤ ਰਤਨ ਪਾਇਓ ਬਿਸਰੀ ਸਭ ਚਿੰਦ, ਫਿਰ ਸਾਰੀਆਂ ਚਿੰਤਾਵਾਂ ਮਿਟ ਜਾਣ। ਚਿੰਤਾਵਾਂ ਅਸੀਂ ਕਈ ਵਾਰੀ ਕਹਿੰਦੇ ਆ ਵੀ ਰੱਬ ਮਿਲੇਗਾ ਤੇ ਪਾਪ ਮਿਟਣਗੇ, ਕਿ ਪਾਪ ਮਿਟਣ ਤੋਂ ਬਾਅਦ ਰੱਬ ਮਿਲੇਗਾ। ਦੁੱਖ ਮਿਟਣਗੇ ਉਦੋਂ ਰੱਬ ਮਿਲੇਗਾ, ਕਿ ਰੱਬ ਮਿਲੇਗਾ ਤੇ ਦੁੱਖ ਮਿਟੇਗਾ। ਇਹ ਦੋਵੇਂ ਚੀਜ਼ਾਂ ਇੱਕ ਸਮੇਂ ਵਿੱਚ ਹੀ ਘਟਦੀਆਂ ਨੇ, ਇੱਕ ਦੂਜੇ ਦੀਆਂ ਪੂਰਕ ਨੇ, ਇੱਕਦਮ ਹੀ ਘਟਦੀਆਂ ਨੇ। ਇਹ ਨਹੀਂ ਵੀ ਦੁੱਖ ਪਹਿਲਾਂ ਮਿਟ ਜਾਣਗੇ ਤੁਹਾਡੇ, ਫਿਰ ਕੁਝ ਦਿਨ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ ਤੇ ਰੱਬ ਮਿਲੇਗਾ। ਜਾਂ ਕੋਈ ਆਖੇ ਵੀ ਵਿਕਾਰ ਪਹਿਲਾਂ ਮਿਟ ਜਾਣਗੇ ਕਈ ਸਾਲ, ਤੇ ਉਦੋਂ ਬਾਅਦ ਰੱਬ ਦੀ ਪ੍ਰਾਪਤੀ ਹੋਏਗੀ। ਨਹੀਂ, ਇਹ ਇੱਕ ਦੂਜੇ ਦੀਆਂ ਪੂਰਕ ਨੇ, ਇੱਕਦਮ ਹੀ ਹੁੰਦੀਆਂ ਨੇ। ਇੱਕ ਦੇ ਹੁੰਦਿਆਂ, ਇੱਕ ਦੇ ਅਲੋਪ ਹੁੰਦਿਆਂ ਦੂਜੀ ਪ੍ਰਗਟ ਹੋ ਜਾਂਦੀ। ਜਿਵੇਂ ਹਨੇਰਾ ਹੋਵੇ ਕਮਰੇ ਵਿੱਚ ਤੇ ਬੰਦਾ ਲਾਈਟ ਜਗਾਏ, ਤੇ ਆਖੇ ਵੀ ਹਨੇਰਾ, ਕਈ ਦਿਨ ਬੰਦੇ ਨੇ ਆਪਣਾ ਘਰ ਨਾ ਖੋਲਿਆ ਹੋਵੇ, ਸਾਲ ਬਾਅਦ ਆਇਆ ਹੋਵੇ,
ਤੇ ਉਹ ਸੋਚੇ ਵੀ ਹੁਣ ਮੈਂ ਦੀਵਾ ਜਗਾਵਾਂ, ਬੱਤੀ ਜਗਾਵਾਂ, ਤੇ ਹੁਣ ਹਨੇਰਾ ਸਾਲ ਇੱਕ ਦਾ ਹੈ, ਕਈ ਘੰਟਿਆਂ ਬਾਅਦ ਬਾਹਰ ਨਿਕਲੇਗਾ, ਐਸਾ ਤਾਂ ਨਹੀਂ। ਬੱਤੀ ਜਗਦੀ ਹੈ ਤੇ ਹਨੇਰਾ ਨਾਲ ਦੀ ਨਾਲ ਗੁੱਲ ਹੋ ਜਾਂਦਾ ਹੈ। ਇਨ ਬਿਨ ਜੀਵਨ ਹੈ। ਪ੍ਰਭੂ ਦੀ ਆਮਦ ਦੇ ਨਾਲ ਹੀ ਦੁੱਖਾਂ ਦੀ ਨਿਵਰਤੀ ਹੁੰਦੀ ਹੈ, ਦੁੱਖਾਂ ਦੇ ਮਿਟਣ ਦੇ ਨਾਲ ਹੀ ਪ੍ਰਭੂ ਦੀ ਆਮਦ ਹੁੰਦੀ ਹੈ। ਸੋ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਸਾਰੀਆਂ ਚਿੰਤਾਵਾਂ ਹੀ ਵਿਸਰ ਗਈਆਂ ਪ੍ਰਭੂ ਦੇ ਦੀਦਾਰ ਦੇ ਨਾਲ। ਇੱਕ ਦੂਜੇ ਦੇ ਨਾਲ ਹੀ ਰੱਬ ਦਾ ਦੀਦਾਰ ਹੋਏਗਾ ਤੇ ਬੰਦਾ ਚਿੰਤਾ ਮੁਕਤ ਹੋਏਗਾ, ਚਿੰਤਾ ਮੁਕਤ ਹੋਏਗਾ ਤੇ ਰੱਬ ਦਾ ਦੀਦਾਰ ਹੋਏਗਾ। ਇਹ ਬੜੀ ਗੁੰਝਲਦਾਰ ਵਾਰਤਾ ਹੈ। ਇਹ ਜਦੋਂ ਇਸ ਮਾਰਗ ਤੇ ਜੀਵ ਚੱਲਦਾ ਹੈ, ਗੁਰੂ ਬਖਸ਼ਿਸ਼, ਗੁਰੂ ਭਰੋਸੇ ਸਬਰ ਸੰਤੋਖ ਰੱਖ ਕੇ ਹੀ ਉਹਨੂੰ ਇਸ ਵਸਤੂ ਦੀ ਪ੍ਰਾਪਤੀ ਹੁੰਦੀ ਹੈ। ਰਹਾਉ ਚਰਨ ਕਮਲ ਹਿਰਦੈ ਧਾਰ। ਕਹਿੰਦੇ ਪ੍ਰਾਪਤੀ ਖੋਜਦੇ ਕਿਵੇਂ ਨੇ, ਕਿਵੇਂ ਖੋਜਣਾ ਹੈ? ਖਨਵਾਰਾ ਤੇ ਪਤਾ ਖਾਨਾ ਖੋਜੀ ਜਾਂਦਾ, ਕੁੱਟੀ ਜਾਂਦਾ, ਪੱਟੀ ਜਾਂਦਾ ਤੇ ਉਹਨੂੰ ਕਿਤੇ ਜਾ ਕੇ ਹੀਰਾ ਲੱਭ ਜਾਂਦਾ, ਪਰ ਰੱਬ ਲੱਭਣ ਲਈ ਕੀ ਖੋਜਣਾ ਹੈ? ਖੋਜਤ ਤਾਂ ਗੁਰੂ ਸਾਹਿਬ ਨੇ ਕਹਿ ਦਿੱਤਾ, ਪਰ ਕੀ ਖੋਜਣਾ ਹੈ? ਗੁਰੂ ਸਾਹਿਬ ਕਹਿੰਦੇ ਚਰਨ ਕਮਲ ਹਿਰਦੈ ਧਾਰ। ਆਪਣੇ ਹਿਰਦੇ ਵਿੱਚ ਪ੍ਰਭੂ ਦੇ ਚਰਨਾਂ ਨੂੰ ਵਸਾ ਕੇ ਰੱਖ, ਤੇ ਗੁਰੂ ਦੇ ਚਰਨਾਂ ਨੂੰ ਵਸਾ ਕੇ ਰੱਖ। ਗੁਰੂ ਦੇ ਚਰਨ ਕੀ ਨੇ? ਗੁਰੂ ਦਾ ਸ਼ਬਦ। ਗੁਰੂ ਦੀ ਮੂਰਤ ਕੀ ਹੈ? ਗੁਰੂ ਦਾ ਸ਼ਬਦ। ਗੁਰ ਕੀ ਮੂਰਤ ਗੁਰ ਸ਼ਬਦ ਹੈ। ਗੁਰੂ ਸਾਹਿਬ ਕਹਿੰਦੇ ਵੀ ਗੁਰੂ ਦਾ ਸ਼ਬਦ ਹੀ ਜੋ ਹੈ ਨਾ, ਉਹ ਗੁਰੂ ਦੀ ਮੂਰਤ ਹੈ। ਆਪਣੇ ਹਿਰਦੇ ਵਿੱਚ ਗੁਰੂ ਦਾ ਸ਼ਬਦ, ਤੇ ਗੁਰੂ ਦਾ ਸ਼ਬਦ ਕੀ ਹੈ? ਗੁਰੂ ਦਾ ਹੁਕਮ, ਜੋ ਗੁਰੂ ਨੇ ਹੁਕਮ ਦਿੱਤਾ ਹੈ, ਬਾਣੀ ਪੜਨ ਦਾ, ਸਿਮਰਨ ਕਰਨ ਦਾ, ਸੇਵਾ ਕਰਨ ਦਾ, ਗੁਰੂ ਸ਼ਬਦ ਹੈ, ਇਹ ਗੁਰੂ ਹੁਕਮ ਹੈ। ਬੰਦਾ ਆਪਣੇ ਹਿਰਦੇ ਵਿੱਚ ਧਾਰ ਲਏ। ਹਿਰਦੇ ਵਿੱਚ ਧਾਰਨ ਦਾ ਅਰਥ ਹੈ ਆਪਣਾ ਜੀਵਨ ਉਹਦੇ ਵਰਗਾ ਕਰੇ। ਮਨ ਬਚ ਕਰਮ, ਇਹ ਤਿੰਨ ਚੀਜ਼ਾਂ ਨੇ। ਆਪਾਂ ਰੋਜ਼ ਅਰਦਾਸ ਵਿੱਚ ਪੜ੍ਹਦੇ ਆ ਨਾ ਵੀ ਸਿੱਖਾਂ ਨੂੰ ਵਾਹਿਗੁਰੂ 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 ਚੇਤਾ ਆਵੇ। ਤਿੰਨ ਵਾਰੀ ਕਿਉਂ ਆਖਿਆ? ਇੱਕੋ ਹੀ ਸ਼ਬਦ ਹੈ, ਇੱਕੋ ਵਾਰੀ ਕਿਉਂ ਨਹੀਂ ਕਹਿ ਦਿੱਤਾ ਵੀ ਸਿੱਖਾਂ ਨੂੰ ਵਾਹਿਗੁਰੂ ਚੇਤਾ ਆਵੇ? ਇਹਦਾ ਭਾਵ ਸਮਝੋ, ਇੱਥੇ ਤਿੰਨ ਵਾਰੀ ਕਹਿਣ ਦਾ ਅਰਥ ਹੈ ਵੀ ਜਿੰਨਾ ਚਿਰ ਗੁਰੂ ਦੇ ਸਿੱਖ ਨੂੰ ਜ਼ੁਬਾਨ ਤੇ ਵੀ ਵਾਹਿਗੁਰੂ ਨਾ ਹੋਵੇ, ਮਨ ਵਿੱਚ ਵੀ ਵਾਹਿਗੁਰੂ ਨਾ ਹੋਵੇ, ਤੇ ਕਰਮਾਂ ਵਿੱਚ ਵੀ ਵਾਹਿਗੁਰੂ ਨਾ ਹੋਵੇ, ਉਹਨਾਂ ਚਿਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਜਿਸ ਦਿਨ ਸਿੱਖ ਦੀ ਜ਼ੁਬਾਨ ਤੇ ਵੀ ਵਾਹਿਗੁਰੂ ਹੋਏਗਾ, ਉਹਦੇ ਮਨ ਵਿੱਚ ਵੀ ਵਾਹਿਗੁਰੂ ਹੋਏਗਾ, ਤੇ ਉਹਦੇ ਕੰਮਾਂ ਵਿੱਚੋਂ ਵੀ ਵਾਹਿਗੁਰੂ ਦੇ ਦਰਸ਼ਨ ਹੋਣਗੇ, ਰੱਬ ਦੇ ਦਰਸ਼ਨ ਹੋਣਗੇ, ਸਮਝੋ ਉਹਦੇ ਵਿੱਚੋਂ ਲੋਕਾਂ ਨੂੰ ਰੱਬ ਦੇ ਦੀਦਾਰ ਹੋਣਗੇ। ਉਹ ਖੁਦ ਹੀ ਪਰਮੇਸ਼ਵਰ ਦਾ ਰੂਪ ਬਣ ਜਾਂਦਾ ਹੈ, ਤੇ ਉਹਨੂੰ ਤਾਂ ਦੀਦਾਰ ਹੋਣੇ ਹੀ ਹੋਣੇ ਨੇ। ਇਸ ਕਰਕੇ ਤਿੰਨ ਵਾਰੀ ਕਿਹਾ ਵੀ ਸਿੱਖਾਂ ਨੂੰ ਬਚਨ ਕਰਕੇ ਵਾਹਿਗੁਰੂ ਚੇਤਾ ਆਵੇ, ਮਨ ਕਰਕੇ ਚੇਤਾ ਆਵੇ, ਤੇ ਕਰਮ ਕਰਕੇ ਚੇਤਾ ਆਵੇ। ਮਨ ਬਚ ਕਰਮ, ਬਾਣੀ ਵਿੱਚ ਤਿੰਨ ਸ਼ਬਦ ਕਈ ਵਾਰੀ ਆਉਣਗੇ। ਮਨ ਦਾ ਅਰਥ ਹੈ ਮਨ ਕਰਕੇ, ਬਚ ਦਾ ਅਰਥ ਹੈ ਜ਼ੁਬਾਨ ਕਰਕੇ, ਬਚਨਾ ਕਰਕੇ, ਤੇ ਕਰਮ ਦਾ ਅਰਥ ਹੈ ਕਾਰਜਾਂ ਕਰਕੇ, ਵੀ ਸਾਡਾ ਧੰਦਾ ਵੀ ਧਰਮ ਵਾਲਾ ਹੋਵੇ। ਸੋ ਗੁਰੂ ਸਾਹਿਬ ਕਹਿੰਦੇ ਨੇ ਚਰਨ ਕਮਲ ਹਿਰਦੈ ਧਾਰ, ਉਤਰਿਆ ਦੁੱਖ ਮੰਦ। ਜਦੋਂ ਤੁਸੀਂ ਚਰਨਾਂ ਨੂੰ, ਗੁਰੂ ਸਾਹਿਬ ਜੀਆਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਓਗੇ, ਤਾਂ ਉਤਰਿਆ ਦੁੱਖ ਮੰਦ। ਜਿਹੜਾ ਇਹ ਦੁੱਖ ਸਭ ਤੋਂ ਮੰਦਾ ਹੈ ਨਾ, ਇਹ ਦੁੱਖ ਭੈੜਾ ਦੁੱਖ ਜਿਹੜਾ ਉਦੋਂ ਹੀ ਉਤਰ ਜਾਂਦਾ। ਪ੍ਰਭੂ ਨੂੰ ਵਸਾਓ। ਦੁੱਖ ਹਿਰਦੇ ਦਾ ਹੀ ਹੈ। ਜਦੋਂ ਅਸੀਂ ਦੁੱਖ ਮਨ ਵਿੱਚ ਚਿਤਵਦੇ ਆ, ਮਨ ਵਿੱਚ ਕਲਪਦੇ ਆ ਵੀ ਹਾਏ ਦੁੱਖ, ਉਹ ਦੁੱਖ ਕਿੰਨਾ ਵੱਡਾ ਹੋ ਜਾਂਦਾ ਜਦੋਂ ਬੰਦਾ ਉਹ ਮਨ ਤੇ ਧਾਰ ਲੈਂਦਾ। ਤੇ ਗੁਰੂ ਸਾਹਿਬ ਕਹਿੰਦੇ ਵੀ ਜੇ ਮਨ ਵਿੱਚ ਪ੍ਰਭੂ ਦਾ ਪ੍ਰੇਮ ਹੋਵੇ ਤੇ ਕਦੀ ਵੀ ਕੋਈ ਦੁੱਖ ਨਹੀਂ ਹੋ ਸਕਦਾ, ਕਿਉਂਕਿ ਮਨ ਨੇ ਹੀ ਮੰਨਣਾ ਦੁੱਖ ਨੂੰ। ਤੇ ਮਨ ਤਾਂ ਪ੍ਰੇਮ ਵਿੱਚ ਭਰਿਆ ਬੈਠਾ, ਮਨ ਤਾਂ ਰਸ ਵਿੱਚ ਭਰਿਆ ਬੈਠਾ। ਉਹ ਸਰੀਰ ਦੇ ਦੁੱਖ ਦੀ ਪਰਵਾਹ ਹੀ ਨਹੀਂ ਕਰਦਾ, ਉਹ ਸਰੀਰ ਦੀ ਚਿੰਤਾ ਹੀ ਨਹੀਂ ਕਰਦਾ। ਰਾਜ ਧਨ ਪਰਿਵਾਰ ਮੇਰਾ ਸਰਬਸੋ ਗੋਬਿੰਦ, ਇੰਨਾ ਪਿਆਰ ਹੋ ਜਾਂਦਾ ਹੈ ਕਿ ਸਿੱਖ ਆਖਦਾ, ਜਗਿਆਸੂ ਆਖਦਾ, ਹੇ ਵਾਹਿਗੁਰੂ ਮੇਰਾ ਰਾਜ ਭਾਗ ਧਨ ਪਰਿਵਾਰ ਇਹ ਸਾਰਾ ਗੋਬਿੰਦ ਦਾ ਹੀ ਹੈ। ਗੋਬਿੰਦ ਦਾ ਅਰਥ ਹੈ ਪਰਮੇਸ਼ਵਰ ਦਾ, ਵਾਹਿਗੁਰੂ ਦਾ। ਜਗਿਆਸੂ ਆਖਦਾ ਮੇਰਾ ਘਰ ਪਰਿਵਾਰ ਬਾਲ ਗੋਪਾਲ ਪਦਾਰਥ ਸਭ ਕੁਝ ਮੇਰੇ ਆਪਣੇ ਪਿਆਰੇ ਗੋਬਿੰਦ ਦਾ ਹੀ ਹੈ। ਸਾਧ ਸੰਗਮ ਲਾਭ ਪਾਇਓ ਨਾਨਕ ਫਿਰ ਨਾ ਮਰੰਦ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਜੁਗਤ ਸਿੱਖ ਨੂੰ ਆਉਂਦੀ ਕਿਵੇਂ ਹੈ, ਇਹ ਪਤਾ ਕਿਵੇਂ ਲੱਗਦਾ? ਇਹ ਸਾਰੀ ਅਵਸਥਾ ਦਾ ਸਾਧ ਸੰਗਮ, ਸਾਧ ਦੀ ਸੰਗਤ ਕੀਤਿਆਂ, ਗੁਰੂ ਦੀ ਸੰਗਤ ਕੀਤਿਆਂ, ਸਤ ਸੰਗਤ ਕੀਤਿਆਂ ਇਹ ਲਾਭ ਮਿਲਦਾ ਹੈ, ਇਹ ਜੁਗਤ ਪ੍ਰਾਪਤ ਹੁੰਦੀ ਹੈ। ਤੇ ਜਿਹੜੇ ਸਤ ਸੰਗਤ ਕਰਦੇ ਨੇ, ਗੁਰਮੁਖਾਂ ਦੀ ਸੰਗਤ ਕਰਦੇ ਨੇ, ਨਾਨਕ ਫਿਰ ਨਾ ਮਰੰਦ, ਉਹ ਫਿਰ ਕਦੀ ਆਤਮਕ ਮੌਤੇ ਨਹੀਂ ਮਰਦੇ, ਉਹ ਕਦੀ ਜੰਮਣ ਮਰਨ ਵਿੱਚ ਨਹੀਂ ਪੈਂਦੇ, ਉਹ ਸਦੀਵ ਕਾਲ ਦੇ ਲਈ ਅਮਰ ਹੋ ਜਾਂਦੇ ਨੇ, ਜਿਨ੍ਹਾਂ ਨੂੰ ਅਮਰ ਵਾਹਿਗੁਰੂ ਦੇ ਦਰਸ਼ਨ ਦੀਦਾਰੇ ਹੋ ਜਾਂਦੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਇਹਨਾਂ ਪਾਵਨ ਸ਼ਬਦਾਂ ਵਿੱਚ ਇਹੀ ਰਹਿਮਤ ਕਿਰਪਾਲਤਾ ਕੀਤੀ ਹੈ ਕਿ ਪ੍ਰਭੂ ਦਾ ਭਗਤ
ਕੇਵਲ ਇੱਕ ਪ੍ਰਭੂ ਨੂੰ ਮਿਲਣ ਦੀ ਤਾਂਘ ਰੱਖਦਾ ਹੈ। ਜੋ ਉਸ ਨੂੰ ਮਿਲਦਾ ਹੈ, ਜੋ ਉਹਦੇ ਦੀਦਾਰ ਕਰਦਾ ਹੈ, ਉਹ ਸਦਾ ਸਤ ਸੰਗਤ ਵਿੱਚ ਬੈਠ ਕੇ ਸਦਾ ਉਹਨੂੰ ਚਿਤਵਦਾ ਹੈ, ਉਹਨੂੰ ਆਰਾਧਦਾ ਹੈ ਤੇ ਆਪਣੇ ਮਨ ਨੂੰ ਨਿਰਮਲ ਕਰ ਲੈਂਦਾ ਹੈ। ਨਿਰਮਲ ਮਨ ਨੂੰ ਫਿਰ ਉਸ ਪਰਿਪੂਰਨ ਪਰਮਾਤਮਾ ਦੇ ਦੀਦਾਰ ਹੋ ਜਾਂਦੇ। ਗੁਰੂ ਕਿਰਪਾ ਕਰੇ ਸਾਨੂੰ ਵੀ ਆਪਣੇ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਵਾਲਾ ਜੀਵਨ ਬਖਸ਼ ਕੇ ਸਤਿਗੁਰੂ ਜੀ ਨਿਵਾਜਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਪਿਆਰ ਸਤ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।